ਹੁਣ ਸੈਕੰਡ ਮੋਡਿਊਲ ਜਿਸ ਤੋਂ ਆਪਾਂ ਸ਼ੁਰੂ ਕਰਾਂਗੇ ਉਸ ਦੇ ਵਿੱਚ ਆਪਣੇ ਕੋਲ ਟਾਈਪਸ ਆਫ ਡਾਟਾਸ ਦੇ ਉੱਪਰ ਆਪਾਂ ਗੱਲ ਕਰਾਂਗੇ ਵੀ ਕਿਸ ਤਰ੍ਹਾਂ ਦੇ ਡਾਟਾਸ ਆਪਣੇ ਕੋਲ ਹੈਗੇ ਆ। ਜਦੋਂ ਆਪਾਂ ਗੱਲ ਕਰਦੇ ਹਾਂ ਟਾਈਪਸ ਆਫ ਡਾਟਾ ਦੇ ਵਿੱਚ ਆਪਣੇ ਕੋਲ ਤਿੰਨ ਚੀਜ਼ਾਂ ਆਉਂਦੀਆਂ। ਪਹਿਲੀ ਚੀਜ਼ ਤਾਂ ਆਪਣੇ ਕੋਲ ਆਉਂਦੀ ਹੈ ਕੁਆਲੀਟੇਟਿਵ ਡਾਟਾ, ਦੂਸਰੀ ਚੀਜ਼ ਆਪਣੇ ਕੋਲ ਆਉਂਦੀ ਹੈ ਕੁਆਂਟੀਟੇਟਿਵ ਡਾਟਾ ਤੇ ਤੀਸਰੀ ਸਾਡੇ ਕੋਲ ਨਿਕਲ ਕੇ ਆਉਂਦੀ ਹੈ ਕੈਟਾਗੋਰੀਕਲ ਡਾਟਾ। ਜਦੋਂ ਅਸੀਂ ਗੱਲ ਕਰਦੇ ਹਾਂ ਕੁਆਲੀਟੇਟਿਵ ਡਾਟਾ ਦੀ, ਕੁਆਲੀਟੇਟਿਵ ਡਾਟਾ ਕੀ ਹੁੰਦਾ? When the data presented has words and descriptions, then we call it qualitative data. Although you can observe this data, it is subjective and harder to analyze the data in research, especially for the comparison. ਜਦੋਂ ਸਾਡੇ ਕੋਲ ਕੋਈ ਡਾਟਾ ਹੈ ਅਸੀਂ ਉਸਨੂੰ ਵਰਡਸ ਦੇ ਵਿੱਚ ਜਾਂ ਡਿਸਕ੍ਰਿਪਸ਼ਨਸ ਦੇ ਵਿੱਚ ਡਿਫਾਈਨ ਕਰਦੇ ਹਾਂ। ਜਦੋਂ ਉਸ ਨੂੰ ਵਰਡ ਜਾਂ ਡਿਸਕ੍ਰਿਪਸ਼ਨਸ ਦੇ ਵਿੱਚ ਡਿਫਾਈਨ ਕਰਦੇ ਹਾਂ ਤਾਂ ਅਸੀਂ ਉਸਨੂੰ ਕੁਆਲੀਟੇਟਿਵ ਡਾਟਾ ਕਹਿੰਦੇ ਹਾਂ। ਉਸ ਜੇ ਆਪਾਂ ਉਹਦੀ ਐਗਜ਼ਾਮਪਲ ਲੈ ਕੇ ਚੱਲੀਏ ਤਾਂ ਕੁਆਲਿਟੀ ਡਾਟਾ ਰਿਪਰੈਜ਼ੈਂਟਸ ਐਵਰੀਥਿੰਗ ਡਿਸਕ੍ਰਾਈਬਿੰਗ ਟੇਸਟ, ਐਕਸਪੀਰੀਅੰਸ, ਟੈਕਸਚਰ ਔਰ ਓਪੀਨੀਅਨ ਦੈਟ ਇਜ਼ ਕੰਸੀਡਰਡ ਦਾ ਕੁਆਲਿਟੀ ਡਾਟਾ। ਹੁਣ ਜੇ ਮੈਂ ਟੇਸਟ ਦੀ ਗੱਲ ਕਰਦਾ, ਮੈਂ ਐਕਸਪੀਰੀਅੰਸ ਦੀ ਗੱਲ ਕਰਦਾ ਜਾਂ ਮੈਂ ਟੈਕਸਚਰ ਦੀ ਗੱਲ ਕਰਦਾ ਤਾਂ ਉਹ ਇਹਨਾਂ ਨੂੰ ਮੈਂ ਲਿਖ ਸਕਦਾ। ਮੈਂ ਇਹ ਨਹੀਂ ਕਹਿ ਸਕਦਾ ਮੈਨੂੰ ਇਹ ਵਾਲੀ ਮਠਿਆਈ 5 ਕਿਲੋ ਵਧੀਆ ਲੱਗੀ ਜਾਂ 10 ਕਿਲੋ ਵਧੀਆ ਲੱਗੀ, ਨਹੀਂ। ਆਈ ਕੈਨ ਓਨਲੀ ਡਿਫਾਈਨ ਵੀ ਹਾਂਜੀ ਦਾ ਟੇਸਟ ਬਹੁਤ ਵਧੀਆ ਸੀ। ਜੇ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਇਸ ਚੀਜ਼ ਦਾ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਮੈਂ ਇਹ ਨਹੀਂ ਕਹਾਂਗਾ ਮੈਂ ਇਸ ਪ੍ਰੋਡਕਟ ਨੂੰ ਯੂਜ਼ ਕੀਤਾ, ਇਸ ਪ੍ਰੋਡਕਟ ਨੂੰ ਯੂਜ਼ ਕਰਨ ਤੋਂ ਬਾਅਦ ਮੈਂ 5 ਕਿਲੋ ਸੈਟੀਸਫਾਈ ਹੋ ਗਿਆ, ਨਹੀਂ। ਇਸ ਪ੍ਰੋਡਕਟ ਨੂੰ ਯੂਜ਼ ਕਰਨ ਤੋਂ ਬਾਅਦ ਮੈਂ 10 ਕਿਲੋ ਮੈਂ ਸੈਟੀਸਫਾਈ ਹਾਂ, ਨਹੀਂ। ਮੈਂ ਬਹੁਤ ਜ਼ਿਆਦਾ ਸੈਟੀਸਫਾਈ ਹਾਂ ਜਾਂ ਮੈਂ ਸੈਟੀਸਫਾਈ ਨਹੀਂ ਹਾਂ। ਇਹ ਕੁਆਲੀਟੇਟਿਵ ਡਾਟਾ ਹੋ ਗਿਆ ਜਦੋਂ ਮੇਰੇ ਕੋਲ ਇੱਕ ਮੈਂ ਵਰਡਸ ਦੇ ਵਿੱਚ ਉਸ ਚੀਜ਼ ਨੂੰ ਮੈਂ ਲਿਖ ਰਿਹਾ। ਜਦੋਂ ਮੈਂ ਗੱਲ ਕਰਾਂਗਾ ਕੁਆਂਟੀਟੇਟਿਵ ਡਾਟਾ ਦੀ, ਹੁਣ ਜਦੋਂ ਕੁਆਂਟੀਟੇਟਿਵ ਡਾਟਾ ਹੋ ਗਿਆ ਇਸ ਦੇ ਵਿੱਚ ਮੇਰੇ ਨੰਬਰ ਇਨਵੋਲਵਡ ਹੈ। Any data expressed in numbers or the numerical figures are called the quantitative data. This type of data can be distinguished into categories, grouped, measured, calculated, or the rank. For example, questions such as the age, rank, cost, length, weight, ਸਕੋਰਸ ਐਕਸੈਟਰਾ, ਇਹ ਸਾਰੀਆਂ ਚੀਜ਼ਾਂ ਕੁਆਂਟੀਟੇਟਿਵ ਹੈ। ਹੁਣ ਜੇ ਏਜ ਹੈ, ਮੈਂ ਏਜ ਨੂੰ ਕਹਿ ਸਕਦਾ ਨਾ ਮੇਰੀ ਏਜ 32 ਸਾਲ ਹੈ ਜਾਂ 34 ਸਾਲ ਹੈ ਜਾਂ 40 ਸਾਲ ਹੈ ਜਾਂ 60 ਸਾਲ ਹੈ ਜਾਂ 70 ਸਾਲ ਹੈ। ਸੇਮ ਰੈਂਕ, ਮੇਰੀ ਪਹਿਲੀ ਪੋਜੀਸ਼ਨ ਆਈ, ਮੇਰੀ ਦੂਸਰੀ ਪੋਜੀਸ਼ਨ ਆਈ, ਮੇਰੀ ਤੀਜੀ ਪੋਜੀਸ਼ਨ ਆਈ ਜਾਂ ਮੇਰੀ ਪੰਜਵੀਂ ਆਈ। ਸੇਮ ਜੇ ਮੈਂ ਕੋਸਟ ਦੀ ਗੱਲ ਕਰਦਾ, ਮੈਂ ਕੋਸਟ ਨੂੰ ਵੀ ਡਿਫਾਈਨ ਕਰ ਸਕਦਾ, ਹਾਂਜੀ 100 ਰੁਪਏ ਦਾ ਹੈ, 50 ਰੁਪਏ ਦਾ ਹੈ, 20 ਰੁਪਏ ਦਾ ਹੈ, 5 ਰੁਪਏ ਦਾ, ਕੁਛ ਵੀ ਹੈ। ਸੋ ਜਿਹੜੀ ਚੀਜ਼ ਨੂੰ ਮੈਂ ਨੰਬਰਸ ਦੇ ਵਿੱਚ ਡਿਫਾਈਨ ਕਰ ਰਿਹਾ ਉਸਨੂੰ ਮੈਂ ਕੁਆਂਟੀਟੇਟਿਵ ਡਾਟਾ ਕਹਾਂਗਾ, ਔਰ ਜਿਹੜੀ ਚੀਜ਼ ਨੂੰ ਮੈਂ ਸਿੰਪਲ ਓਪਨ ਐਂਡਡ ਮੈਂ ਵਰਡਸ ਦੇ ਵਿੱਚ ਡਿਸਕ੍ਰਾਈਬ ਕਰ ਰਿਹਾ ਉਸ ਚੀਜ਼ ਨੂੰ ਮੈਂ ਕੁਆਲੀਟੇਟਿਵ ਡਾਟਾ ਕਹਾਂਗਾ। ਇਹ ਦੋਨਾਂ ਦਾ ਮੇਨ ਬੇਸਿਕਲੀ ਡਿਫਰੈਂਸ ਹੈ। ਹਾਂ, ਇੱਕ ਕੁਆਲੀਟੇਟਿਵ ਦੀ ਜੇ ਆਪਾਂ ਦੁਬਾਰਾ ਗੱਲ ਕਰੀਏ ਤਾਂ ਅਸੀਂ ਉਸ ਡਾਟਾ ਨੂੰ ਕਲੈਕਟ ਕਰਦੇ ਹਾਂ ਫੋਕਸ ਗਰੁੱਪਸ ਦੇ ਨਾਲ, ਪਰਸਨਲ ਇੰਟਰਵਿਊਜ਼ ਦੇ ਨਾਲ ਜਾਂ ਓਪਨ ਐਂਡਡ ਕੁਐਸਚਨਸ ਦੇ ਨਾਲ। ਫੋਕਸ ਗਰੁੱਪਸ ਆਪਾਂ ਕੀ ਕਰਦੇ ਹਾਂ, ਇੱਕ ਗਰੁੱਪ ਆਪਾਂ ਡਿਫਾਈਨ ਕਰ ਲੈਂਦੇ ਹਾਂ 10 ਤੋਂ 12 ਬੰਦਿਆਂ ਦਾ। ਉਹਨਾਂ ਦੇ ਕੋਲ ਬੈਠ ਕੇ ਆਪਾਂ ਉਹਨਾਂ ਨੂੰ ਕੁਐਸਚਨਸ ਪੁੱਛਦੇ ਹਾਂ, ਉਹਨਾਂ ਦੇ ਨਾਲ ਡਿਸਕਸ਼ਨਸ ਕਰਦੇ ਹਾਂ ਤਾਂ ਜੋ ਆਪਣੇ ਕੋਲ ਬੈਟਰ ਆਈਡੀਆਜ਼ ਹੋਰ ਆਈ ਜਾਣ। ਜਾਂ ਜਿਵੇਂ ਆਪਾਂ ਪਰਸਨਲ ਇੰਟਰਵਿਊਜ਼ ਵੀ ਕਰ ਸਕਦੇ ਹਾਂ, ਇੱਕ ਬੰਦੇ ਦੇ ਸਾਹਮਣੇ ਫੇਸ ਟੂ ਫੇਸ ਜਾ ਕੇ ਬੈਠ ਕੇ ਆਪਣੇ ਕੋਲ ਇੱਕ ਸਟਰਕਚਰਲ ਡਾਟਾ ਹੈਗਾ, ਆਪਾਂ ਉਸ ਤੋਂ ਉਹਨੂੰ ਕਹੀਏ ਵੀ ਸਾਨੂੰ ਇਹ ਕੁਐਸਚਨਸ ਜਾਂ ਕੁਐਸਚਨ ਫਿਲ ਕਰਕੇ ਦੇ ਜਾਂ ਕੁਛ, ਇਹ ਪਰਸਨਲ ਇੰਟਰਵਿਊਜ਼ ਹੋ ਗਈਆਂ। ਜਾਂ ਅਸੀਂ ਉਹਨੂੰ ਓਪਨ ਐਂਡਡ ਕੁਐਸਚਨਸ ਕਹਿ ਸਕਦੇ ਹਾਂ। ਫੋਰ ਐਗਜ਼ਾਮਪਲ, ਮੈਂ ਕਿਸੇ ਕਸਟਮਰ ਦੇ ਕੋਲ ਗਿਆ, ਠੀਕ ਹੈ, ਉਹਨੂੰ ਕਸਟਮਰ ਨੂੰ ਮੈਂ ਪੁੱਛਿਆ ਤੇਰੇ LG ਕੰਪਨੀ ਦੇ ਟੀਵੀ ਬਾਰੇ ਕੀ ਵਿਚਾਰ ਹੈ। ਓਪਨ ਐਂਡਡ ਕੁਐਸਚਨ ਹੈ। ਹੁਣ ਮੈਂ ਇਹ ਨਹੀਂ ਉਸਨੂੰ ਪੁੱਛ ਰਿਹਾ ਨਾ ਵੀ ਤੂੰ ਕਿੰਨੇ ਕਿਲੋ ਸੈਟੀਸਫਾਈ ਹੈ, ਮੈਂ ਉਹਨੂੰ ਓਪਨ ਐਂਡਡ ਛੱਡਤਾ ਵੀ ਤੂੰ LG ਟੀਵੀ ਤੋਂ ਕਿੰਨਾ ਕੁ ਸੈਟੀਸਫਾਈ ਹੈ, ਜਾਂ ਤੂੰ ਸੈਮਸੰਗ ਦੇ ਫੋਨ ਤੋਂ ਕਿੰਨਾ ਕੁ ਸੈਟੀਸਫਾਈ ਹੈ, ਜਾਂ ਤੂੰ ਆਈਫੋਨ ਤੋਂ ਕਿੰਨਾ ਕੁ ਸੈਟੀਸਫਾਈ ਹੈ। ਇਹ ਸਾਰੀਆਂ ਚੀਜ਼ਾਂ ਮੇਰੀਆਂ ਕੁਆਲੀਟੇਟਿਵ ਦੇ ਵਿੱਚ ਆ ਗਈਆਂ। ਹਾਂ, ਜਦੋਂ ਮੈਂ ਕੁਆਂਟੀਟੇਟਿਵ ਦੀ ਗੱਲ ਕਰਾਂਗਾ ਤਾਂ ਉਸ ਦੇ ਵਿੱਚ ਮੇਰੇ ਨੰਬਰ ਡਿਫਾਈਨ ਹੋ ਜਾਣਗੇ। ਮੇਰੀ ਏਜ ਕਿੰਨੀ ਹੈ, ਰੈਂਕ ਕਿੰਨਾ ਹੈ, ਕੋਸਟ ਕਿੰਨੀ ਪੈ ਰਹੀ ਹੈ ਪ੍ਰੋਡਕਟ ਦੀ, ਮੇਰੀਆਂ ਮਾਰਕੀਟਸ ਕਿੰਨੀਆਂ, 1 ਮਾਰਕੀਟ ਹੈ, 2 ਮਾਰਕੀਟ ਹੈ, 5 ਮਾਰਕੀਟਸ ਹੈ, ਮੇਰੇ ਕੰਪੀਟੀਟਰ ਕਿੰਨੇ ਹੈ, 5 ਕੰਪੀਟੀਟਰ ਹੈ, 6 ਕੰਪੀਟੀਟਰ ਹੈ, 7 ਕੰਪੀਟੀਟਰ ਹੈ। ਇਹ ਕੁਆਂਟੀਟੇਟਿਵ ਦੇ ਵਿੱਚ ਹੋ ਗਿਆ। ਜਿਹੜੀ ਚੀਜ਼ ਆਪਾਂ ਨੰਬਰਸ ਦੇ ਵਿੱਚ ਮੇਜਰ ਕਰ ਸਕਾਂਗੇ ਉਹਨੂੰ ਅਸੀਂ ਕੁਆਂਟੀਟੇਟਿਵ ਕਹਿੰਦੇ ਹਾਂ। ਜਿਹੜੀ ਚੀਜ਼ ਅਸੀਂ ਵਰਡ ਦੇ ਵਿੱਚ ਜਾਂ ਡਿਸਕ੍ਰਿਪਸ਼ਨ 'ਚ ਲਿਖਦੇ ਹਾਂ ਉਹਨੂੰ ਅਸੀਂ ਕੁਆਲੀਟੇਟਿਵ ਕਹਿੰਦੇ ਹਾਂ। ਤੀਜੀ ਚੀਜ਼ ਸਾਡੇ ਕੋਲ ਨਿਕਲ ਕੇ ਆਉਂਦੀ ਹੈ ਕੈਟਾਗੋਰੀਕਲ ਡਾਟਾ। It is the data presented in the groups. However, an item included in the category data cannot belong to the more than one group. ਹੁਣ ਜਿਹੜਾ ਡਾਟਾ ਅਸੀਂ ਗਰੁੱਪ ਦੇ ਵਿੱਚ ਡਿਫਾਈਨ ਕਰਦੇ ਹਾਂ, ਅਲੱਗ-ਅਲੱਗ ਕੈਟਾਗਰੀਜ਼ ਨੂੰ ਬਣਾ ਕੇ ਡਿਫਾਈਨ ਕਰ ਦਿੰਦੇ ਹਾਂ, ਉਹਨੂੰ ਅਸੀਂ ਕੈਟਾਗੋਰੀਕਲ ਡਾਟਾ ਕਹਿੰਦੇ ਹਾਂ। ਫੋਰ ਐਗਜ਼ਾਮਪਲ, a person responding to a survey by telling his lifestyles, material status, smoking habit or drinking habit comes under the category data. ਕਿਵੇਂ ਕੈਟਾਗਰੀ? ਆਪਾਂ ਹੁਣ ਇੱਕ ਫੋਰ ਐਗਜ਼ਾਮਪਲ ਆਪਾਂ ਇੱਕ ਲਾਈਫਸਟਾਈਲ ਦੇਖ ਲਿਆ ਕਿ ਉਸ ਬੰਦੇ ਦਾ ਹਾਈ ਸਟਾਈਲ ਲਾਈਫਸਟਾਈਲ ਹੈ, ਕਿਸੇ ਬੰਦੇ ਦਾ ਮਿਡਲ ਕਲਾਸ ਲਾਈਫਸਟਾਈਲ ਹੈ, ਕਿਸੇ ਦਾ ਲੋਅਰ ਕਲਾਸ ਲਾਈਫਸਟਾਈਲ ਹੈ। ਉਹਨੇ ਟਾਪ, ਮਿਡਲ ਤੇ ਲੋਅਰ ਜਿਹੜੇ ਇਹ ਤਿੰਨੋਂ ਕੈਟਾਗਰੀਜ਼ ਬਣ ਗਈਆਂ।
जे मैं मैरिड स्टेटस की गल करांगा, किन्ने क बंदे मैरिड है, किन्ने क बंदे अनमैरिड है, किहड़े बंदे स्मोकिंग करते हैं, किहड़े बंदे स्मोकिंग नहीं करते, किहड़े बंदे ड्रिंक करते हैं, किहड़े बंदे ड्रिंक नहीं करते। ये हर एक चीज अपनी अपनी कैटेगरीज दे विच डिफाइन हो रही है, हर एक दी अपनी अलग कैटेगरी है। जे मैं होर सैगमेंट कर ला, किन्ने बंदे मेल, किन्ने बंदे फीमेल, एक कैटेगरी बन गई अलग अलग। ठीक है, एक काई स्केयर टेस्ट इज स्टैंडर्ड मैथड टू एनालाइज दिस डाटा। जिन्हों आप एनालाइज करांगे तां काई स्केयर टेस्ट जिहड़ा वो सब तो ज्यादा बेस्ट मैथड है। सो ये अपने को तीन तरह के टाइप्स ऑफ डाटा है। पहला असीं कीता क्वालिटेटिव, दूजा असीं कीता क्वांटिटेटिव, ते तीजा असीं कीता कैटेगरी। ठीक है, क्वालिटेटिव में आप दोबारा एक मिनट देख लेंगे। क्वालिटेटिव जिथे आप सिर्फ वर्ड्स ते डिस्क्रिप्शंस लिख रहे हैं ਉਹਨੂੰ ਅਸੀਂ ਕੁਆਲਿਟੇਟਿਵ ਕਹਿੰਦੇ। ਇੱਕ ਬੰਦੇ ਦੀ ਕੁਆਲਿਟੀ ਜਿਹਨੂੰ ਬੇਸਿਕਲੀ ਆਪਾਂ ਕਹਿ ਸਕਦੇ ਹਾਂ, ਕੁਆਲਿਟੀਜ਼ ਨੂੰ ਮੇਜ਼ਰ ਕਰ ਰਹੇ ਹਾਂ ਜਾਂ ਕੁਝ ਕਰ ਰਹੇ ਹਾਂ। ਜਾਂ ਜੇ ਅਸੀਂ ਕੁਆਂਟੀਟੇਟਿਵ ਦੀ ਗੱਲ ਕਰਾਂਗੇ ਤਾਂ ਉਸ ਅਸੀਂ ਨੰਬਰ ਦੇ ਬੇਸਿਸ ਉੱਪਰ ਡਿਫਾਈਨ ਕਰਾਂਗੇ। ਜੇ ਅਸੀਂ ਕੈਟਾਗਰੀ ਦੀ ਗੱਲ ਕਰਾਂਗੇ ਤਾਂ ਅਸੀਂ ਆਪਣੇ ਡਾਟਾਸ ਨੂੰ ਗਰੁੱਪਸ ਦੇ ਵਿੱਚ ਜਾਂ ਕੈਟਾਗਰੀਜ਼ ਦੇ ਵਿੱਚ ਅਸੀਂ ਉਸ ਨੂੰ ਡਿਫਾਈਨ ਕਰ ਲਾਂਗੇ। ਸੋ ਇਹ ਤਿੰਨ ਤਰ੍ਹਾਂ ਦੇ ਡਾਟਾ ਟਾਈਪ ਸਾਡੇ ਕੋਲ ਆ ਜਾਣਗੇ। ਹੁਣ ਜੇ ਆਪਾਂ ਅੱਗੇ ਚੱਲੀਏ ਸੋਰਸਿਸ ਆਫ ਡਾਟਾ ਕਲੈਕਸ਼ਨ ਦੇ ਉੱਪਰ, ਬੇਸਿਕਲੀ ਸਾਡੇ ਕੋਲ ਦੋ ਸੋਰਸਿਸ ਹੋਣਗੇ, ਪ੍ਰਾਇਮਰੀ ਸੋਰਸਿਸ ਤੇ ਦੈਨ ਦਾ ਸੈਕੰਡਰੀ ਸੋਰਸਿਸ। ਤੇ ਜਦੋਂ ਅਸੀਂ ਪ੍ਰਾਇਮਰੀ ਸੋਰਸਿਸ ਤੇ ਸੈਕੰਡਰੀ ਸੋਰਸਿਸ, ਸੈਕੰਡਰੀ ਸਾਡੇ ਕੋਲ ਦੋ ਚੀਜ਼ਾਂ ਆ ਜਾਂਦੀਆਂ, ਇੰਟਰਨਲ ਤੇ ਐਕਸਟਰਨਲ ਸੋਰਸਿਸ। ਇਹ ਆਪਣੇ ਕੋਲ ਹੁਣ ਪ੍ਰਾਇਮਰੀ ਡਾਟਾ ਦੇ ਕਲੈਕਸ਼ਨ ਮੈਥਡਸ ਹੈ। ਪਹਿਲਾ ਸਾਡੇ ਕੋਲ ਆ ਜਾਂਦਾ ਹੈ ਕੁਆਂਟੀਟੇਟਿਵ, ਜਿਵੇਂ ਪਿੱਛੇ ਆਪਾਂ ਕਰਕੇ ਆਏ ਆ, ਐਵੇਂ ਆਪਣੇ ਕੋਲ ਕੁਆਂਟੀਟੇਟਿਵ ਮੈਥਡ। The quantitative techniques for the market research and the demand forecasting usually make use of the stat tools. In these techniques, the demand is forecast based on historical data. These methods of the primary data collections are generally used to make long-term forecast. Stats methods are highly reliable as the element of subjectivity in minimum in these method. ਜਿਹੜੇ quantitative methods है उसी सब तो ज़्यादा use करते हैं, क्योंकि इन्हां तो ਅਸੀਂ लॉन्ग टर्म फोरकास्ट बहुत करने होंगे हैं। क्योंकि आप क्वांटिटेटिव है, नंबर बेस्ड है, एक नंबर वध गया, दो नंबर वध गए, मेरे कंप्यूटर 5 हो गए, मेरे कंप्यूटर 6 हो गए, आने वाले टाइम मेरे कंप्यूटर 7 हो जाएंगे। ये चीज़ां मैं अज 10 क्विंटल की कैपेसिटी के उपर समान बना रहा, कल मैं 15 क्विंटल की कैपेसिटी के उपर 15 टन की कैपेसिटी उपर समान बनावांगा। ये लॉन्ग टर्म फोरकास्टिंग मेरी क्वांटिटेटिव बेस के उपर हो रही है। इससे मेरे को तीन मैथड अगे आ जाते हैं, टाइम सीरीज मैथड, स्मूथिंग टेक्निक्स ते बैरोमेट्रिक मैथड। जे टाइम सीरीज की आप गल करते हैं, द टर्म टाइम सीरीज रेफर्स टू अ सीक्वेंशियल ऑर्डर ऑफ द वैल्यूज ऑफ वेरिएबल नोन एज अ ट्रेंड एट इक्वल टाइम इंटरवल। हर एक इक्वल टाइम इंटरवल के ऊपर किवें दा ट्रेंड चल रहा है, टाइम सीरीज ਅਸੀਂ ਉਸ ਨੂੰ एनालिसिस कर लेंगे। पिछले साल जनवरी च की सी, इस साल जनवरी च किवें चल रहा है। Using patterns and organization can predict the demand for its product and services for the projected time। ये टाइम सीरीज एनालिसिस हो गया। जो ਅਸੀਂ ਗੱਲ ਕਰਾਂਗੇ smoothing techniques ਸੀ, in cases where the time series lacks significant trends, smoothing techniques can be used। They eliminate the random variations from the historical demand। It helps in identifying the patterns and demand levels to estimate the future demand। ਜਿਹੜੇ ਕੁਝ ਕੇਸਿਸ ਹੈ ਜਿਨ੍ਹਾਂ 'ਚ ਆਪਣੇ ਕੋਲ ਟਾਈਮ ਸੀਰੀਜ਼ ਲੈਕ ਕਰਦੀ ਹੈ, ਸਿਗਨੀਫੀਕੈਂਟ ਟ੍ਰੈਂਡਸ ਨਹੀਂ ਸ਼ੋ ਕਰ ਰਹੀ, ਠੀਕ ਹੈ, ਜਾਂ ਘੱਟ ਹੈ, ਉਸ ਅਸੀਂ ਸਮੂਥਿੰਗ ਟੈਕਨੀਕ ਯੂਜ਼ ਕਰਦੇ ਹਾਂ। ਇਸ ਅਸੀਂ ਕੀ ਕਰਦੇ ਹਾਂ, ਅਸੀਂ ਰੈਂਡਮ ਵੇਰੀਏਸ਼ਨਸ ਹੁੰਦੀਆਂ ਉਹਨਾਂ ਨੂੰ ਅਸੀਂ ਐਲੀਮੀਨੇਟ ਕਰ ਦਿੰਦੇ ਹਾਂ। ਠੀਕ ਹੈ, ਇਟ ਹੈਲਪਸ ਇਨ ਆਈਡੈਂਟੀਫਾਈਂਗ ਦ ਪੈਟਰਨਸ ਐਂਡ ਡਿਮਾਂਡ ਲੈਵਲਸ ਟੂ ਐਸਟੀਮੇਟ ਦ ਫਿਊਚਰ ਡਿਮਾਂਡ। ਇਸ ਲਈ ਆਪਣੀਆਂ ਰੈਂਡਮ ਵੇਰੀਏਸ਼ਨਸ ਹੋਣਗੀਆਂ, ਉੱਪਰ ਥੱਲੇ ਵੇਰੀਏਸ਼ਨਸ ਜਿਹੜੀਆਂ ਹੁੰਦੀਆਂ ਉਹਨੂੰ ਅਸੀਂ ਰੈਂਡਮਲੀ ਡਿਲੀਟ ਕਰ ਦਿੰਦੇ ਹਾਂ, खत्म कर देंगे। तो उस तो आप अपने पैटर्न्स जिहड़े हैं या डिमांड लैवल जिहड़े हैं, फ्यूचर च कितनी डिमांड होएगी, की अपना पैटर्न होएगा, उसनूं असीं स्टडी कर लेंगे हैं। अगली असीं गल करते हैं बैरोमेट्रिक मैथड से। As also known as the leading indicator approach, researchers use this method to speculate the future trends based on the current developments. When the past events are considered to predict the future events, they act as the leading indicators। ਜਦੋਂ ਅਸੀਂ ਹੁਣ ਦੇ ਟ੍ਰੈਂਡਸ ਨੂੰ ਲੈ ਕੇ ਫਿਊਚਰ ਦੇ ਟ੍ਰੈਂਡਸ ਨੂੰ ਐਸਟੀਮੇਟ ਕਰ ਰਹੇ ਹਾਂ, ਉਹਨੂੰ ਅਸੀਂ ਪੈਰਾਮੀਟਰਿਕ ਮੈਥਡਸ ਕਹਿ ਦਿੰਦੇ ਹਾਂ। ਹੁਣ ਜੇ ਆਪਾਂ ਗੱਲ ਕਰੀਏ ਕੁਆਲੀਟੇਟਿਵ ਮੈਥਡਸ ਦੀ, ਜਦੋਂ ਕੁਆਲੀਟੇਟਿਵ ਮੈਥਡ ਦੀ ਆਪਾਂ ਗੱਲ ਕਰਾਂਗੇ, ਅਗੇਨ ਐਸੈਪਟਲੀ ਯੂਜ਼ਫੁਲ ਇਨ ਦ ਸਿਚੁਏਸ਼ਨ ਵੇਅਰ ਹਿਸਟੋਰੀਕਲ ਡਾਟਾ ਇਜ਼ ਨੋਟ ਅਵੇਲੇਬਲ। ਪਹਿਲਾਂ ਤਾਂ ਕੁਆਂਟੀਟੇਟਿਵ ਦਾ ਆਪਾਂ ਕਰ ਰਹੇ ਸੀ, ਇੱਥੇ ਆਪਾਂ ਕੋਲ ਹਿਸਟੋਰੀਕਲ ਡਾਟਾ ਸੀ, ਕੁਆਲੀਟੇਟਿਵ ਚ ਆਪਣੇ ਕੋਲ ਹਿਸਟੋਰੀਕਲ ਡਾਟਾ ਨਹੀਂ ਹੈ, और there is no need of the numbers or mathematical calculations। ਜਿਵੇਂ ਪਹਿਲਾਂ ਵੀ ਐਗਜ਼ਾਮਪਲ ਆਪਾਂ ਕੀਤੀ ਸੀ, ਆਪਾਂ ਕਿਸੇ ਬੰਦੇ ਦਾ ਟੇਸਟ ਡਿਫਾਈਨ ਕਰਨਾ ਹੈ, ਉਹਦੀ ਸੈਟੀਸਫੈਕਸ਼ਨ ਡਿਫਾਈਨ ਕਰਨੀ ਹੈ, ਇੱਥੇ ਨੰਬਰਸ ਦੀ ਲੋੜ ਨਹੀਂ ਹੈ, ਇੱਥੇ ਓਪਨ ਐਂਡਡ ਡਿਸਕ੍ਰਿਪਟਿਵ ਟਾਈਪ ਵੀ ਚੱਲ ਜਾਏਗਾ, ਐਕਸਪਲੇਨੇਸ਼ਨ ਵੀ ਚੱਲ ਜਾਣਗੀਆਂ। ਸੋ ਇਹਦੀਆਂ ਸਾਡੇ ਕੋਲ ਕੁਝ ਟੈਕਨੀਕਸ ਹੈ, ਕਿਸ ਟੈਕਨੀਕਸ ਦੇ ਨਾਲ ਆਪਾਂ ਇਹਨਾਂ, ਫॉर एग्जांपल ਕੁਆਲਿਟੇਟਿਵ ਰਿਸਰਚ ਇਜ਼ ਕਲੋਜ਼ਲੀ ਐਸੋਸੀਏਟਡ ਵਿਦ ਦ ਵਰਡਸ, ਦ ਸਾਊਂਡਸ, ਦ ਫੀਲਿੰਗ, ਇਮੋਸ਼ਨਸ, ਕਲਰਸ ਐਂਡ ਦ ਅਦਰ ਐਲੀਮੈਂਟਸ। ਇਹ ਨੋਨ ਕੁਆਂਟੀਫਾਈਬਲ ਹੈ, ਇਹਨੂੰ ਆਪਾਂ ਕਾਊਂਟ ਨਹੀਂ ਕਰ ਸਕਦੇ।
ਮੈਨੂੰ ਨੰਬਰ ਕਾਊਂਟ, ਮੈਨੂੰ ਕਲਰ ਕਿੰਨਾ ਪਸੰਦ ਹੈ, ਇੱਕ ਨੰਬਰ, 2 ਨੰਬਰ, 5 ਨੰਬਰ, 6 ਨੰਬਰ ਕਿੰਨਾ ਪਸੰਦ ਹੈ, ਇੱਕ ਦੀ ਨਹੀਂ ਹੋਏਗਾ। ਮੈਨੂੰ ਜਾਂ ਬਲੂ ਕਲਰ ਪਸੰਦ ਹੋਏਗਾ ਜਾਂ ਮੈਨੂੰ ਪਿੰਕ ਕਲਰ ਪਸੰਦ ਹੋਏਗਾ, ਗੱਲ ਖਤਮ ਹੋ ਗਈ। ਠੀਕ ਹੈ, ਇਸ ਦੇ ਕੁਝ ਮੈਥਡਸ ਹੈ। ਪਹਿਲਾ ਆਪਣੇ ਕੋਲ ਸਰਵੇਜ਼, ਪੋਲਸ, ਇੰਟਰਵਿਊਜ਼, ਡੈਲਫੀ ਟੈਕਨੀਕਸ, ਫੋਕਸ ਗਰੁੱਪ, ਕੁਐਸਚਨਰੀਜ਼। ਸਰਵੇਜ਼ ਆਪਾਂ ਕਰ ਸਕਦੇ ਹਾਂ, ਲੋਕਾਂ ਨੂੰ ਜਾ ਕੇ ਪੁੱਛ ਸਕਦੇ ਹਾਂ, ਕਿਸੇ ਚੀਜ਼ ਦੇ ਰਿਗਾਰਡਿੰਗ ਪੋਲ ਕਰ ਸਕਦੇ ਹਾਂ, ਜਿਵੇਂ ਪੋਲਸ ਹੁੰਦੀਆਂ ਜਾਂ ਲੋਕ ਸਾਰੇ ਕਰਦੇ ਆ ਕਿਸੇ ਚੀਜ਼ ਨੂੰ ਲੈ ਕੇ ਪਾਰਟਿਕੂਲਰ ਵੀ ਕਿੰਨਾ ਬੰਦਾ ਇਸ ਤੋਂ ਕੀ ਸੈਟੀਸਫਾਈ ਹੈ, ਪੋਲਸ ਚੱਲਦੀਆਂ। ਇੰਟਰਵਿਊਜ਼ ਕਰਦੇ ਆ ਆਪਾਂ, ਬੰਦੇ ਨਾਲ ਡਾਇਰੈਕਟ ਜਾ ਕੇ ਗੱਲਬਾਤ ਕਰਦੇ ਆ। ਡੈਲਫੀ ਟੈਕਨੀਕਸ ਲਗਾਉਂਦੇ ਆ, ਡੈਲਫੀ ਟੈਕਨੀਕਸ ਆਪਾਂ ਸਾਹਮਣੇ ਪੜ੍ਹੀ ਹੋਈ ਹੈ, ਜਿਸ ਆਪਾਂ ਐਕਸਪੀਰੀਅੰਸਡ ਬੰਦਿਆਂ ਨੂੰ ਇਕੱਠੇ ਕਰਕੇ ਉਹਨਾਂ ਦੇ ਵਿਊਜ਼ ਇਕੱਠੇ ਕਰਕੇ ਉਹਨਾਂ ਤੇ ਇੱਕ ਫੋਰਕਾਸਟਿੰਗ ਲੈ ਕੇ ਦੁਬਾਰਾ ਫਿਰ ਫੋਰਕਾਸਟਿੰਗ ਟੈਕਨੀਕਸ ਲਗਾ ਕੇ ਉਹਨੂੰ ਅਸੀਂ ਦੁਬਾਰਾ ਫੋਰਕਾਸਟ ਕਰਦੇ ਆ, ਉਹਨੂੰ ਅਸੀਂ ਡੈਲਫੀ ਟੈਕਨੀਕ ਕਰ ਲੈਂਦੇ ਆ। ਦੈਨ ਫੋਕਸ ਗਰੁੱਪ ਆਪਾਂ ਜਿਵੇਂ ਪਿੱਛੇ ਵੀ ਕਰਕੇ ਇੱਕ ਪੂਰਾ ਪ੍ਰੋਪਰ ਗਰੁੱਪ ਹੁੰਦਾ, ਉਹਨਾਂ ਤੋਂ ਆਪਾਂ ਪੁੱਛ ਲੈਂਦੇ ਆ ਕੁਐਸਚਨ ਦੇ ਰਿਗਾਰਡਿੰਗ बेस चीज का की व्यूज है पर्टिकुलर टॉपिक के रिगार्डिंग। फॉर एग्जांपल आजकल पॉलिटिकल सिस्टम है, इस पॉलिटिकल सिस्टम के ऊपर ਤੁਹਾਡੇ ਕੀ व्यूज हैं, ਇਹ ਫੋਕਸ ਗਰੁੱਪ ਦੇ ਵਿੱਚ ਹੋ ਗਿਆ। ਕੁਐਸਚਨਰੀਜ਼ ਆਰਗੇਨਾਈਜ਼ ਸੈੱਟ ਹੁੰਦਾ ਜਿਸ ਆਪਾਂ ਕੁਐਸਚਨ ਜਾ ਕੇ ਬੰਦਿਆਂ ਨੂੰ ਪੁੱਛ ਸਕਦੇ ਆ ਵੀ ਤੁਸੀਂ ਕਿੰਨੇ ਸੈਟੀਸਫਾਈ ਹੋ, ਤੁਸੀਂ ਇਸ ਪ੍ਰੋਡਕਟ ਦੇ ਬਾਰੇ ਅਵੇਅਰ ਹੋ ਜਾਂ ਨਹੀਂ ਹੋ, ਜੇ ਤੁਹਾਨੂੰ ਮੌਕਾ ਮਿਲੇਗਾ ਤੁਸੀਂ ਇਸ ਪ੍ਰੋਡਕਟ ਨੂੰ ਪਰਚੇਜ਼ ਕਰੋਗੇ ਕਿ ਨਹੀਂ ਕਰੋਗੇ। ਇਹ ਸਾਰੇ ਕੁਐਸਚਨਰੀਜ਼ ਜੋ ਆਪਾਂ ਇੱਕ ਪਾਰਟਿਕੂਲਰ ਪ੍ਰੋਡਕਟ ਦੇ ਰਿਗਾਰਡਿੰਗ ਬਣਾਉਂਦੇ ਆ, ਉਹ ਆਪਾਂ ਕੁਐਸਚਨਰੀਜ਼ ਵੀ ਲੋਕਾਂ ਨੂੰ ਜਾ ਕੇ ਪੁੱਛ ਸਕਦੇ ਆ। ਜਦੋਂ ਆਪਾਂ ਗੱਲ ਕਰਦੇ ਆ ਸੈਕੰਡਰੀ ਡਾਟਾ ਕਲੈਕਸ਼ਨ ਮੈਥਡਸ ਦੀ, ਇਹ ਸਾਡੇ ਕੋਲ ਇਸ ਦੋ ਆਣਗੇ, ਇੱਕ ਇੰਟਰਨਲ ਸੋਰਸਿਸ ਆਣਗੇ, ਇੱਕ ਸਾਡੇ ਕੋਲ ਐਕਸਟਰਨਲ ਸੋਰਸਿਸ ਆਣਗੇ। ਜਦੋਂ ਆਪਾਂ ਗੱਲ ਕਰਾਂਗੇ ਇੰਟਰਨਲ ਸੋਰਸਿਸ ਦੀ, ਇੰਟਰਨਲ ਸੋਰਸਿਸ ਮਤਲਬ ਆਰਗੇਨਾਈਜੇਸ਼ਨ ਦੇ ਅੰਦਰਲੇ ਕਿਹੜੇ ਮੈਥਡਸ ਹੈ। ਇਸ ਆਪਣੇ ਕੋਲ ਕੀ ਆ ਜਾਏਗਾ, ਆਰਗੇਨਾਈਜੇਸ਼ਨਸ ਹੈਲਥ ਐਂਡ ਸੇਫਟੀ ਰਿਕਾਰਡਸ, ਜੋ ਆਰਗੇਨਾਈਜੇਸ਼ਨ ਦੇ ਆਲਰੇਡੀ ਰਿਕਾਰਡਸ ਬਣੇ ਹੋਏ ਆ, ਆਪਾਂ ਉਹਨਾਂ ਨੂੰ ਚੈੱਕ ਕਰ ਸਕਦੇ ਹਾਂ। ਮਿਸ਼ਨ ਐਂਡ ਦਾ ਵਿਜ਼ਨ ਸਟੇਟਮੈਂਟਸ ਹੈ, ਆਪਾਂ ਉਹਨਾਂ ਨੂੰ ਵੀ ਦੇਖ ਸਕਦੇ ਹਾਂ। ਜੋ ਆਪਣੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਹੈ, ਆਪਾਂ ਉਹਨਾਂ ਨੂੰ ਚੈੱਕ ਕਰ ਸਕਦੇ ਹਾਂ, ਉੱਥੋਂ ਵੀ ਆਪਾਂ ਨੂੰ ਡਾਟਾ ਮਿਲ ਜਾਏਗਾ। ਮੈਗਜ਼ੀਨਸ ਹੈ, ਉਹਨਾਂ ਤੋਂ ਵੀ ਆਪਾਂ ਨੂੰ ਡਾਟਾ ਕਲੈਕਟ ਕਰ ਸਕਦੇ ਹਾਂ। ਸੇਲਸ ਰਿਪੋਰਟ ਹੈ, ਜੋ ਪ੍ਰੀਵੀਅਸ ਸੇਲਸ ਰਿਪੋਰਟ ਹੈ, ਉਹਨਾਂ ਤੋਂ ਵੀ ਆਪਾਂ ਡਾਟਾ ਕਲੈਕਟ ਕਰ ਸਕਦੇ ਹਾਂ। ਸੌਫਟਵੇਅਰਸ ਹੈ, CRM ਦੇ ਸੌਫਟਵੇਅਰ, ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਦੇ ਸੌਫਟਵੇਅਰ ਆਉਂਦੇ, ਆਪਾਂ ਉਹਨਾਂ ਸੌਫਟਵੇਅਰ ਤੋਂ ਵੀ ਆਪਣੇ ਕਸਟਮਰ ਦੇ ਰਿਗਾਰਡਿੰਗ ਡਾਟਾ ਕਲੈਕਟ ਕਰ ਸਕਦੇ ਹਾਂ ਵੀ ਆਪਣੇ ਕਸਟਮਰ ਕਿਹੜੇ ਹੈ, ਕਿਹੜੇ ਆਪਣੇ ਐਗਜ਼ਿਸਟਿੰਗ ਕਸਟਮਰ ਹੈ, ਉਹਨਾਂ ਨੂੰ ਆਪਾਂ ਕਿਹੜਾ ਪ੍ਰੋਡਕਟ ਦੇ ਕੇ ਆ ਰਹੇ ਹਾਂ, ਆਪ ਉਹਨਾਂ ਦਾ ਡਾਟਾਬੇਸ ਕੀ ਹੈ, ਉਹ ਕਿੱਥੇ ਰਹਿੰਦੇ ਆ, ਉਹਨਾਂ ਦੀ ਲੋਕੇਸ਼ਨ ਕੀ ਹੈ, ਉਹਨਾਂ ਦੀ ਇਨਕਮ ਕੀ ਹੈ, ਉਹ ਸਾਰਾ ਕੁਝ ਆਪਾਂ ਪਤਾ ਕਰ ਸਕਦੇ ਹਾਂ। ਦੈਨ ਆਪਣੇ ਕੋਲ ਆ ਜਾਂਦਾ ਐਗਜ਼ੀਕਿਊਟਿਵ ਸਮਰੀਜ਼ ਦਾ ਟੌਪਿਕ ਆ ਜਾਂਦਾ, ਪੁਆਇੰਟ ਆ ਜਾਂਦਾ ਹੈ। ਆਪ ਜੋ ਐਗਜ਼ੀਕਿਊਟਿਵ ਦੇ ਸਮਰੀਜ਼ ਲਿਖੀਆਂ ਹੁੰਦੀਆਂ, ਸਮਰੀਜ਼ ਰਿਪੋਰਟ ਹੁੰਦੀਆਂ ਹਰੇਕ ਆਰਗੇਨਾਈਜੇਸ਼ਨ ਦੇ ਵਿੱਚ, ਆਪਾਂ ਉੱਥੋਂ ਵੀ ਡਾਟਾ ਕਲੈਕਟ ਕਰ ਸਕਦੇ ਹਾਂ। ਜੇ ਆਪਾਂ ਗੱਲ ਕਰਦੇ ਹਾਂ ਇੰਟਰਨਲ ਸੋਰਸਿਸ ਦੇ, ਐਕਸਟਰਨਲ ਇੰਟਰਨਲ ਦੀ ਆਪਾਂ ਗੱਲ ਹੋ ਗਈ। ਜੇ ਆਪਾਂ ਗੱਲ ਕਰਦੇ ਹਾਂ ਐਕਸਟਰਨਲ ਸੋਰਸਿਸ ਦੀ, ਇਸ ਆਪਣੇ ਕੋਲ ਆ ਜਾਏਗਾ ਗਵਰਨਮੈਂਟ ਦੀਆਂ ਰਿਪੋਰਟਸ ਆ ਜਾਣਗੀਆਂ, ਪ੍ਰੈਸ ਰਿਲੀਜ਼ਸ ਆ ਜਾਣਗੇ, ਬਿਜ਼ਨਸ ਜਰਨਲਸ ਆ ਜਾਣਗੇ, ਲਾਇਬ੍ਰੇਰੀਜ਼ ਆ ਜਾਣਗੀਆਂ, ਇੰਟਰਨੈਟ ਆ ਜਾਣਗੇ। ਇਹ ਜੋ ਸਾਰੇ ਸੋਰਸਿਸ ਹੈ, ਇਹ ਐਕਸਟਰਨਲ ਸੋਰਸਿਸ ਹੈ। ਗਵਰਨਮੈਂਟ ਦੀਆਂ ਰਿਪੋਰਟਸ ਪਈਆਂ ਹੋਈਆਂ, ਪ੍ਰੈਸ ਰਿਲੀਜ਼ਸ ਆਪਣੇ ਕੋਲ ਹੁੰਦੀਆਂ, ਬਿਜ਼ਨਸ ਜਰਨਲਸ ਹੁੰਦੇ ਆ, ਲਾਇਬ੍ਰੇਰੀਜ਼ ਆਪਣੇ ਕੋਲ ਪਈਆਂ ਹੋਈਆਂ, ਇੰਟਰਨੈਟ ਆਪਣੇ ਕੋਲ ਹੈਗਾ ਹੀ ਹੈ। ਆਪਾਂ ਉਸ ਤੋਂ ਜਾ ਕੇ ਸਾਰੇ ਆਪਣੇ ਜੋ ਕਲੈਕਸ਼ਨ ਹੈ ਐਕਸਟਰਨਲ ਸੋਰਸਿਸ ਹੈ, ਆਪਾਂ ਉਹਨਾਂ ਤੋਂ ਸੈਕੰਡਰੀ ਡਾਟਾ ਕਲੈਕਟ ਕਰ ਸਕਦੇ ਹਾਂ। ਪ੍ਰਾਇਮਰੀ ਡਾਟਾ ਤਾਂ ਉਹੀ ਹੋ ਗਿਆ ਨਾ ਜਿਹੜਾ ਹਲੇ ਬਿਲਕੁਲ ਪ੍ਰੋਸੈਸਡ ਨਹੀਂ ਹੈ, ਰॉ ਮਟੀਰੀਅਲ ਹੈ ਜਮਾਂ ਹੀ। ਸੈਕੰਡਰੀ ਜਿਹੜਾ ਆਲਰੇਡੀ ਪ੍ਰੋਸੈਸਡ ਹੋ ਚੁੱਕਿਆ ਹੋਇਆ। ਪ੍ਰਾਇਮਰੀ ਇਕੱਠਾ ਕਰਨਾ ਪਏਗਾ ਆਪਾਂ ਨੂੰ, ਸੈਕੰਡਰੀ ਆਪਾਂ ਨੂੰ ਹੈਲਪ ਮਿਲ ਜਾਂਦੀ ਹੈ, ਕਿਸੇ ਵੀ ਜਗ੍ਹਾ ਤੋਂ ਆਪਾਂ ਜਾ ਕੇ ਡਾਟਾ ਨੂੰ ਕਲੈਕਟ ਕਰ ਸਕਦੇ ਹਾਂ। ਜਿਵੇਂ ਆਪਾਂ ਪਿੱਛੇ ਇੱਥੇ ਕਰਕੇ ਆਏ ਹਾਂ, ਦਿਸ ਇਜ਼ ਪ੍ਰਾਇਮਰੀ ਡਾਟਾ, ਜੋ ਆਪਾਂ ਸਭ ਤੋਂ ਪਹਿਲਾ ਡਾਟਾ ਫਾइंड आउट करना है। बिल्कुल प्राइमरी एक रॉ मटीरियल, एक रॉ डाटा बिल्कुल नवा जाके ਆਪਾਂ फाइंड करके आना। ਇਹ ਉਸ ਦੇ ਸਾਰੇ ਮੈਥਡਸ ਆ ਗਏ ਸੀ ਕਿ ਆਪਣੇ ਕੋਲ ਟਾਈਮ ਸੀਰੀਜ਼, ਸਮੂਥਿੰਗ, ਬੈਰੋਮੀਟਰਿਕ, ਫਿਰ ਆਪਾਂ ਇਸੀ ਦੀ ਆਪਾਂ ਕੁਆਲਿਟੇਟਿਵ ਮੈਥਡ ਕੀਤੇ। ਫਿਰ ਆਪਾਂ ਗੱਲ ਕੀਤੀ ਹੈ ਸੈਕੰਡਰੀ ਡਾਟਾ ਕਲੈਕਸ਼ਨ ਦੀ। ਸੈਕੰਡਰੀ 'ਚ ਆਪਾਂ ਉਹ ਵਾਲਾ ਡਾਟਾ ਕਲੈਕਟ ਕਰਨਾ ਜਿਸ ਦੇ ਉੱਪਰ ਆਲਰੇਡੀ ਕੰਮ ਹੋ ਚੁੱਕਿਆ ਹੋਇਆ। ਆਪਾਂ ਉਸ ਜਿਹੜੇ ਜਿਸ ਦੇ ਉੱਪਰ ਆਲਰੇਡੀ ਕੰਮ ਹੋ ਚੁੱਕਿਆ ਹੋਇਆ, ਆਪਾਂ ਉਸ ਚੋਂ ਕੁਝ फाइंड आउट करना, ਉਹ ਆਪਣਾ ਸੈਕੰਡਰੀ ਡਾਟਾ ਹੋ ਜਾਏਗਾ। ਠੀਕ ਹੈ। So thank you again, thanks for being the patience audience। ਆਪਾਂ next slide 'ਚ ਅੱਗੇ ਆਪਾਂ ਇਹਦਾ analysis part study ਕਰਾਂਗੇ।